ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਇੱਕ ਬਾਣੀ ਚੈਨਲ ਦਾ ਇੱਕੋ ਇੱਕ ਮਕਸਦ ਹੈ ਸਿੱਖੀ ਇਤਿਹਾਸ ਅਤੇ ਸੱਭਿਆਚਾਰ ਨੂੰ ਵੱਧ ਤੋਂ ਵੱਧ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ। ਤੇ ਆਪਾਂ ਵੀ ਆਪਣੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ ਕਿ ਸਿੱਖੀ ਇਤਿਹਾਸ ਨਾਲ ਜੁੜੀਆਂ ਕੁਝ ਰੋਚਕ ਚੀਜ਼ਾਂ ਤੁਹਾਡੇ ਤੱਕ ਆਪਾਂ ਪਹੁੰਚਾ ਸਕੀਏ। ਤੇ ਉसी ਚੀਜ਼ ਨੂੰ ਮੁੱਖ ਰੱਖਦੇ ਹੋਇਆ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜਿੱਦਾਂ ਕਿ ਆਪਾਂ ਜਾਣਦੇ ਹਾਂ, ਸਿੱਖੀ ਇਤਿਹਾਸ ਦੇ ਵਿੱਚ ਸਿੱਖ ਸੂਰਮਿਆਂ ਦਾ ਜੋ ਵਡਮੁੱਲਾ ਯੋਗਦਾਨ ਹੈ, ਉਹਨਾਂ ਦੀਆਂ ਪ੍ਰਥਮ ਗਾਥਾਵਾਂ ਜਿਹੜੀਆਂ ਉਹ ਭਰੀਆਂ ਪਈਆਂ ਹਨ। ਤੇ ਉਹਨਾਂ ਹੀ ਗਾਥਾਵਾਂ ਦੇ ਵਿੱਚੋਂ ਮੈਂ ਜਿਨ੍ਹਾਂ ਦਾ ਅੱਜ ਤੁਹਾਡੇ ਸਾਹਮਣੇ ਜ਼ਿਕਰ ਕਰਨ ਜਾ ਰਿਹਾ ਹਾਂ, ਸਿੱਖ ਕੌਮ ਦੇ ਮਹਾਨ ਯੋਧੇ ਦੋ ਸੂਰਮੇ। ਜੀ ਹਾਂ ਦਰਸ਼ਕੋ, ਭਾਈ ਸੁੱਖਾ ਸਿੰਘ ਜੀ ਮਾੜੀ ਕਮੋਕੀ ਅਤੇ ਭਾਈ ਮਹਿਤਾਬ ਸਿੰਘ ਜੀ ਮੀਰਾਕੋਟ, ਦੋ ਸੂਰਮੇ ਜਿਨ੍ਹਾਂ ਦਾ ਨਾਮ ਇੱਕ ਸੁਨਹਿਰੀ ਕਲਮ ਦੇ ਨਾਲ ਸਿੱਖੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ, ਜਿਨ੍ਹਾਂ ਨੇ ਉਸ ਵਕਤ ਦੇ ਹਾਕਮ ਮੱਸੇ ਰੰਗੜ ਦਾ ਸਰ ਕਲਮ ਕਰਕੇ ਸਿੱਖੀ ਦਰਬਾਰ ਦੇ ਵਿੱਚ ਪੇਸ਼ ਕੀਤਾ ਸੀ। ਕਿਉਂਕਿ ਉਹਨੇ ਜਿਹੜਾ ਕਹਿਰ ਕਮਾਇਆ ਸੀ, ਸਿੱਖਾਂ ਦੀ ਸਭ ਤੋਂ ਇਤਿਹਾਸਕ ਸਥਾਨਾਂ ਦੇ ਵਿੱਚੋਂ ਇੱਕ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਜਿੱਥੇ ਕਿ ਉਹਨੇ ਸਰੋਵਰ ਸਾਹਿਬ ਨੂੰ ਮਿੱਟੀ ਦੇ ਨਾਲ ਹੋਰ ਵੀ ਚੀਜ਼ਾਂ ਨਾਲ ਭਰ ਦਿੱਤਾ ਸੀ ਅਤੇ ਆਪਣੀ ਮੰਜੀ ਜਿਹੜੀ ਹੈ ਮੇਨ ਕੰਸਟਰਕਸ਼ਨ ਮੇਨ ਇਮਾਰਤ ਦੇ ਅੰਦਰ ਲਗਾ ਕੇ ਉੱਥੇ ਹੋਰ ਵੀ ਬੜੇ ਗਲਤ ਕੰਮ ਕਰਦਾ ਸੀ। ਤਾਂ ਇਹਨਾਂ ਦੋ ਸੂਰਮਿਆਂ ਨੇ ਅਰਦਾਸਾ ਸੋਧ ਕੇ ਉਸ ਦਾ ਸਰ ਕਲਮ ਕੀਤਾ ਸੀ। ਬੜਾ ਹੀ ਵਡਮੁੱਲਾ ਇਤਿਹਾਸ ਜਿਹੜਾ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ। ਉਮੀਦ ਕਰਾਂਗਾ ਕਿ ਜਿੱਥੇ ਤੱਕ ਵੀ ਤੁਹਾਡੇ ਤੱਕ ਬਰੀਕੀ ਨਾਲ ਪਹੁੰਚਾ ਸਕਾਂ, ਉਸ ਦੇ ਵਿੱਚ ਆਪਣਾ ਪੂਰਾ ਸਹਿਯੋਗ ਕਰਾਂਗਾ, ਪੂਰਾ ਯੋਗਦਾਨ ਦਿਆਂਗਾ। ਤਾਂ ਹੁਣ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਨਾਮ ਜਿਹੜਾ ਮੈਂ ਜ਼ਿਕਰ ਕੀਤਾ ਤੁਹਾਡੇ ਸਾਹਮਣੇ, ਭਾਈ ਸੁੱਖਾ ਸਿੰਘ ਜੀ ਦਾ, ਜਿਹੜੇ ਕਿ ਅੰਮ੍ਰਿਤਸਰ ਦੇ ਪਿੰਡ ਮਾੜੀ ਕਮੋਕੀ ਪਿੰਡ ਦੇ ਸਨ ਅਤੇ ਉਹਨਾਂ ਦਾ ਜਿਹੜਾ ਜਨਮ ਸੀ ਉਹ ਇੱਕ ਤਰਖਾਨ ਫੈਮਿਲੀ ਦੇ ਵਿੱਚ ਹੋਇਆ ਸੀ। ਤੇ ਦੂਜਾ ਨਾਮ ਜਿਹੜਾ ਜ਼ਿਕਰ ਕੀਤਾ ਭਾਈ ਮਹਿਤਾਬ ਸਿੰਘ ਜੀ ਦਾ, ਉਹ ਵੀ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਸਨ। ਉਹਨਾਂ ਦੇ ਪਿੰਡ ਦਾ ਨਾਮ ਮੀਰਾਕੋਟ ਸੀ। ਤਾਂ ਭਾਈ ਮਹਿਤਾਬ ਸਿੰਘ ਜੀ ਦੇ ਇੱਕ ਬੇਟੇ ਹੋਏ ਹਨ, ਉਹਨਾਂ ਦਾ ਨਾਮ ਰਾਏ ਸਿੰਘ ਜੀ ਸੀ। ਤੇ ਉਹਨਾਂ ਦੇ ਪਤਨੀ ਦੇ ਸਵਰਗਵਾਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤ ਛਕਿਆ ਅਤੇ ਸਿੱਖ ਕੌਮ ਦੇ ਅਤੇ ਆਪਣੀ ਜਿਹੜੀ ਜ਼ਿੰਦਗੀ ਉਹ ਲੇਖੇ ਲਾਉਣ ਦੀ ਗੱਲ ਕੀਤੀ। ਤਾਂ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਜਿਹੜਾ ਸੌਂਪਿਆ ਸੀ ਨੱਥਾ ਸਿੰਘ ਜੀ ਨੂੰ। ਜੀ ਹਾਂ ਦਰਸ਼ਕੋ, ਨੱਥਾ ਸਿੰਘ ਇੱਕ ਐਸਾ ਸਿੱਖ ਇਤਿਹਾਸ ਦੇ ਵਿੱਚ ਇੱਕ ਐਸਾ ਨਾਮ ਹੈ ਜਿਹਨੂੰ ਆਪਾਂ ਕਿਧਰੇ ਨਾ ਕਿਧਰੇ ਖੁਦ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਆਪਾਂ ਕਈ ਵਾਰੀ ਮਿਸਾਲ ਦਿੰਦੇ ਕਹਿ ਦਿੰਦੇ ਹਨ ਨਾ, ਇਹ ਕੋਈ ਨੱਥੂ ਖਹਿਰੇ ਦਾ ਕੰਮ ਨਹੀਂ ਹੈਗਾ। ਲੇਕਿਨ ਅਗਰ ਇਤਿਹਾਸ ਦੇ ਵਿੱਚ ਦੇਖੀਏ ਤਾਂ ਉਹ ਨੱਥਾ ਸਿੰਘ ਨੇ ਜੋ ਕਰਮ ਕਮਾਏ ਸਨ, ਉਹ ਸਿੱਖੀ ਇਤਿਹਾਸ ਦੇ ਵਿੱਚ ਰਹਿੰਦੀ ਦੁਨੀਆ ਤੱਕ ਯਾਦ ਰੱਖੇ ਜਾਣਗੇ। ਕਿਉਂਕਿ ਉਹਨਾਂ ਨੇ ਆਪਣਾ ਆਪ ਅਤੇ ਆਪਣਾ ਪੂਰਾ ਪਰਿਵਾਰ ਵਾਰ ਕੇ ਵੀ ਭਾਈ ਮਹਿਤਾਬ ਸਿੰਘ ਜੀ ਦੇ ਬੇਟੇ ਨੂੰ ਬਚਾਉਣ ਦਾ ਜਿਹੜਾ ਕੰਮ ਕੀਤਾ ਸੀ। ਤਾਂ ਕੋਸ਼ਿਸ਼ ਕਰਾਂਗਾ ਵੀ ਕਿ ਇਹ ਵੀ ਇਤਿਹਾਸ ਤੁਹਾਡੇ ਤੱਕ ਅੱਗੇ ਕਦੇ ਨਾ ਕਦੇ ਤੁਹਾਡੇ ਤੱਕ ਪਹੁੰਚਾ ਸਕਾਂ। ਲੇਕਿਨ ਅੱਜ ਦਾ ਜਿਹੜਾ ਇਤਿਹਾਸ ਹੈ ਉਹ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਜੀ ਦਾ, ਜਿਹੜਾ ਉਹਨਾਂ ਦੇ ਪਰਿਵਾਰ ਦੇ ਬਾਰੇ ਦੇ ਵਿੱਚ ਦੱਸਿਆ ਹੈ। ਫਿਰ ਇਤਿਹਾਸਕਾਰ ਲਿਖਦੇ ਹਨ ਕਿ 9 ਮਾਰਚ ਸੰਨ 1739 ਦੇ ਵਿੱਚ ਦਿੱਲੀ ਦੇ ਇੱਕ ਮੁਗਲ ਸਾਮਰਾਜ ਦੇ ਇੱਕ ਲੀਡਰ ਹੀ ਹੋਏ ਹਨ, ਫੌਜਦਾਰ ਹੋਏ ਹਨ, ਜਿਨ੍ਹਾਂ ਦਾ ਨਾਮ ਨਾਦਰ ਸ਼ਾਹ ਸੀ, ਜਿਨ੍ਹਾਂ ਨੇ ਆਪਣੀ ਪੂਰੀ ਸੈਨਾ ਦੇ ਨਾਲ ਦਿੱਲੀ ਦੇ ਵੱਲ ਕੂਚ ਕੀਤਾ ਅਤੇ ਜਿਹੜੇ ਉਸ ਟਾਈਮ ਦੇ ਹਾਕਮ ਸਨ ਦਿੱਲੀ ਦੇ, ਉਹਨਾਂ ਨੂੰ ਨੈਸਤਾ ਨਾਬੂਦ ਕਰਕੇ ਸਭ ਕੁਝ ਉਜਾੜ ਦਿੱਤਾ। ਤਕਰੀਬਨ 3 ਮਹੀਨੇ ਉਹਨਾਂ ਨੇ ਖੂਬ ਲੁੱਟਮਾਰ ਉੱਤੇ ਕੀਤੀ। ਹੀਰੇ ਜਵਾਹਰਾਤ ਸੋਨੇ ਅਤੇ ਪਰਿਵਾਰਾਂ ਦੀਆਂ ਕੁੜੀਆਂ ਵੀ ਸਭ ਕੁਝ ਉੱਥੋਂ ਦੀ ਚੁੱਕ ਕੇ ਲੈ ਕੇ ਚਲਾ ਗਿਆ। ਇੰਨਾ ਕਹਿਰ ਕਮਾਇਆ ਕਿ ਉਸ ਵਕਤ ਕੋਈ ਵੀ ਐਸਾ ਸ਼ਖਸ ਨਹੀਂ ਸੀ ਜਿਹੜਾ ਕਿ ਉਹਨੂੰ ਕੋਈ ਰੋਕ ਸਕੇ ਜਾਂ ਉਸ ਦੇ ਨਾਲ ਮੋਢਾ ਲਗਾ ਕੇ ਜੰਗ ਦੇ ਵਿੱਚ ਜੂਝ ਸਕੇ, ਕਿਉਂਕਿ ਜਿੰਨੇ ਵੀ ਸਨ ਉਹ ਸਭ ਹਾਰ ਚੁੱਕੇ ਸਨ। ਤੇ ਤਕਰੀਬਨ 3 ਮਹੀਨੇ ਦੇ ਬਾਅਦ ਜਦੋਂ ਉਹ ਸਾਰਾ ਕੁਝ ਗੱਡੇ ਦੇ ਗੱਡੇ ਭਰ ਕੇ ਉੱਥੋਂ ਲੁੱਟ ਕੇ ਲੈ ਕੇ ਜਾ ਰਿਹਾ ਸੀ, ਤਾਂ ਇੱਕ ਪਿੰਡ ਪੈਂਦਾ ਅਖਨੂਰ ਵਾਲਾ। ਉਸ ਪਿੰਡ ਦੇ ਕੋਲ ਪੁੱਜਣ ਤੋਂ ਬਾਅਦ ਸਿੱਖਾਂ ਦੀ ਇੱਕ ਟੁਕੜੀ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਅਤੇ ਉਹ ਅਟੈਕ ਇੰਨਾ ਘਾਤਕ ਸੀ ਕਿ ਨਾਦਰ ਸ਼ਾਹ ਦੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਤਕਰੀਬਨ ਬਹੁਤ ਸਾਰਾ ਹੀ ਜਿਹੜਾ ਉਹਨਾਂ ਨੇ ਲੁੱਟਿਆ ਹੋਇਆ ਸੋਨਾ ਜਾਂ ਹੋਰ ਵੀ ਕੋਈ ਐਸੀ ਸਾਰੀ ਚੀਜ਼ਾਂ ਸਨ, ਉਹ ਅੱਧੇ ਤੋਂ ਜ਼ਿਆਦਾ ਲੁੱਟ ਲਈਆਂ ਉਹਨਾਂ ਤੋਂ। ਔਰ ਅਤੇ ਜਿਹੜੀ ਕੁੜੀਆਂ ਨੂੰ ਲੈ ਕੇ ਉਹ ਜਾ ਰਿਹਾ ਸੀ ਇੱਥੋਂ, ਉਹਨਾਂ ਨੂੰ ਵੀ ਛੁਡਾ ਕੇ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਔਰ ਜਿਨ੍ਹਾਂ ਦਾ ਵੀ ਉਹਨਾਂ ਨੇ ਸਮਾਨ ਲੁੱਟਿਆ ਸੀ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਕੀਤਾ। ਗੁੱਸੇ ਵਿੱਚ ਤੇ ਸੀ ਨਾਦਰ ਸ਼ਾਹ, ਲੇਕਿਨ ਕਿਧਰੇ ਨਾ ਕਿਧਰੇ ਉਹ ਸੋਚ ਦੇ ਵਿੱਚ ਵੀ ਸੀ ਕਿ ਜਿਹੜੀ
ਫੌਜ ਨੇ ਦਿੱਲੀ ਦਾ ਤਖਤ ਹਿਲਾ ਕੇ ਰੱਖ ਦਿੱਤਾ। ਐਸੀ ਕਿਹੜੀ ਕੌਮ, ਐਸੀ ਕਿਹੜੀ ਸੈਨਾ ਇਹ ਜਿਹੜੀ ਵਿਚਕਾਰ ਸਾਡੇ ਆ ਕੇ ਖੜੀ ਹੋਈ ਹੈ ਕਿ ਜਿਹਨੇ ਸਾਡੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਤੇ ਉਸ ਟਾਈਮ ਨਾਦਰ ਸ਼ਾਹ ਜਿਹੜਾ ਸੀ ਜ਼ਕਰੀਆ ਖਾਨ ਨਾਲ ਰਸਤੇ ਦੇ ਵਿੱਚ ਮਿਲਿਆ ਅਤੇ ਉਹਦੇ ਨਾਲ ਆਪਣੀ ਸਾਰੀ ਜਿਹੜੀ ਇੱਧਰ ਦੀ ਸਟੋਰੀ ਸੀ ਉਹਦੇ ਨਾਲ ਸਾਂਝੀ ਕੀਤੀ। ਤੇ ਫਿਰ ਉਹਨੇ ਆਪ ਹੀ ਦੱਸਿਆ ਕਿ ਇਹ ਸਿੱਖ ਕੌਮ ਹੈ ਜਿਹੜੀ ਜਾਬਰ ਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਖੜੀ ਰਹਿੰਦੀ ਹੈ। ਤਾਂ ਫਿਰ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਖੁਦ ਹੀ ਕਿਹਾ ਕਿ ਤੁਸੀਂ ਇਹਨਾਂ ਤੋਂ ਦੂਰ ਰਹਿਣਾ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਜਾਂਬਾਜ਼ੀ ਦੇ ਨਾਲ ਸਾਡੀ ਸੈਨਾ ਨਾਲ ਲੜਨ ਦਾ ਜਿਹੜਾ ਜਜ਼ਬਾ ਦਿਖਾਇਆ ਉਹ ਕਿਧਰੇ ਨਾ ਕਿਧਰੇ ਤੁਹਾਨੂੰ ਵੀ ਉਸ ਚੀਜ਼ ਤੋਂ ਸੁਚੇਤ ਰਹਿਣ ਦੀ ਗੱਲ ਹੈ। ਤੇ ਜੀ ਹਾਂ ਦਰਸ਼ਕੋ, ਇਹ ਗੱਲ ਸੁਣਨ ਤੋਂ ਬਾਅਦ ਜ਼ਕਰੀਆ ਖਾਨ ਜਿਹੜਾ ਸੀ ਇਹ ਦਿਲ ਉਸਦੇ ਦਿਲ ਦੇ ਵਿੱਚ ਤੀਰ ਦੇ ਵਾਂਗੂ ਚੁੱਭੀ ਤੇ ਉਹਨੇ ਉਸ ਟਾਈਮ ਦੇ ਵਿੱਚ ਸਿੱਖਾਂ ਦੇ ਸਰਾਂ ਦਾ ਮੁੱਲ ਪਾ ਕੇ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਸਿੱਖਾਂ ਦਾ ਸਰ ਵੱਢੇਗਾ ਉਹਨੂੰ ਸੋਨੇ ਚਾਂਦੀਆਂ ਨਾਲ ਤੋਲ ਕੇ ਰੱਖਿਆ ਜਾਏਗਾ ਅਤੇ ਉੱਚੇ ਉੱਚੇ ਪਦਵੀਆਂ ਅਗਰ ਉਹਨਾਂ 'ਤੇ ਕੋਈ ਕੇਸ ਨੂੰ ਸਾਰੇ ਖਤਮ ਕਰ ਦਿੱਤੇ ਜਾਣਗੇ। ਤੇ ਇਤਿਹਾਸ ਦੇ ਵਿੱਚ ਕੁਝ ਚੰਦ ਲਾਈਨਾਂ ਉਹ 2-3 ਲਿਖੀਆਂ ਹਨ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਸਿੱਖਾਂ ਦੇ ਸਰ ਦਾ ਮੁੱਲ ਲੱਗਿਆ। ਤੇ ਮੈਂ ਚਾਹਾਂਗਾ ਕਿ ਉਹ ਤੁਹਾਨੂੰ ਮੈਂ ਦੱਸਾਂ। ਤੇ ਉਹ ਲਾਈਨਾਂ ਜਿਹੜੀਆਂ ਉਹ ਇਸ ਪ੍ਰਕਾਰ ਸਨ। ਜੋ ਸਿੰਘਨ ਕੋ ਦਸੈ ਹਰਾਮ ਹਮ ਤੇ ਲੈਵੈ ਬਹੁਤ ਇਨਾਮ, ਸਿੰਘਨ ਖੂਨ ਮਾਫ ਹਮ ਕੀਨੇ ਜਿਤ ਲੱਭੈ ਤਿਤ ਮਾਰੈ ਚੀਨੋ, ਲੁੱਟ ਕੂਟ ਉਸਦੀ ਮਾਫ ਕਰੀ ਲਿਖਤ ਹਮਾਰੀ ਜੋ ਹੈ ਖਰੀ। ਜੀ ਹਾਂ ਦਰਸ਼ਕੋ, ਇਹ ਜਿਹੜੀ ਲਾਈਨਾਂ ਸਨ ਉਸ ਵਕਤ ਦੇ ਫੌਜਦਾਰ ਹਾਕਮ ਜ਼ਕਰੀਆ ਖਾਨ ਵੱਲੋਂ ਦਿੱਤੀ ਗਈ ਸਨ, ਕਿਉਂਕਿ ਜਿਹੜਾ ਅਟੈਕ ਦੇ ਬਾਰੇ ਦੇ ਵਿੱਚ ਨਾਦਰ ਸ਼ਾਹ ਨੇ ਉਸ ਨੂੰ ਚੀਜ਼ਾਂ ਦੱਸੀ ਸਨ ਉਹ ਕਿਤੇ ਨਾ ਕਿਤੇ ਉਹਦੇ ਦਿਲ ਤੇ ਤੀਰ ਵਾਂਗੂ ਚੁੱਭੀ ਸਨ। ਫਿਰ ਉਹਨੇ ਇਹ ਹਰ ਜਗ੍ਹਾ ਢਿੰਡੋਰਾ ਪਿਟਵਾ ਦਿੱਤਾ ਕਿ ਜਿਹੜਾ ਵੀ ਸਿੱਖਾਂ ਦੇ ਸਰ ਲੈ ਕੇ ਆਏਗਾ ਜਾਂ ਉਹਨਾਂ ਨੂੰ ਮਾਰ ਦੇਗਾ, ਜਾਂ ਅਗਰ ਉਹ ਮਾਰ ਨਹੀਂ ਸਕਦਾ ਤਾਂ ਉਹਨਾਂ ਨੂੰ ਪਕੜ ਕੇ ਜਿਹੜਾ ਸਾਡੇ ਤੱਕ ਪਹੁੰਚਾਏਗਾ ਅਸੀਂ ਉਹਨਾਂ ਨੂੰ ਇਨਾਮ ਦੇਵਾਂਗੇ, ਉਹਨਾਂ ਦੀ ਸਾਰੀਆਂ ਗੱਲਾਂ ਮਾਫ ਕਰ ਦੇਵਾਂਗੇ। ਉਸ ਤੋਂ ਬਾਅਦ ਜਦੋਂ ਇਹ ਢਿੰਡੋਰਾ ਪਿੱਟਿਆ ਗਿਆ ਅਤੇ ਉਸ ਵੇਲੇ ਅੰਮ੍ਰਿਤਸਰ ਦੇ ਪਿੰਡ ਮੰਡਿਆਲੀ ਦਾ ਰਹਿਣ ਵਾਲਾ ਮਸਾਉਦੀਨ, ਜਿਹਨੂੰ ਸਿੱਖ ਇਤਿਹਾਸ ਮੱਸੇ ਰੰਗੜ ਦੇ ਨਾਂ ਤੋਂ ਜਾਣਦੀ ਹੈ, ਉਸਨੇ ਉਸ ਹੁਕਮ ਨੂੰ ਮੰਨਿਆ ਔਰ ਸਿੱਖ ਕੌਮ ਨੂੰ ਖਤਮ ਕਰਨ ਦੀ ਜਿਹੜੀ ਗੱਲ ਉਸਨੇ ਉਸ ਵਕਤ ਕਹੀ। ਅਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਉਸ ਵਕਤ ਕਾਫੀ ਜਿਹੜੀ ਸੰਗਤ ਸੀ ਅਤੇ ਸਿੱਖ ਯੋਧੇ ਸਨ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੇ ਸਨ ਅਤੇ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਆਉਂਦੇ ਸਨ। ਤੇ ਉਸਨੇ ਸੋਚਿਆ ਕਿ ਸਭ ਤੋਂ ਪਹਿਲਾਂ ਤਾਂ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਸਾਹਿਬ ਹੈ ਉਹਨੂੰ ਹੀ ਖਤਮ ਕੀਤਾ ਜਾਏ, ਨਸਤਾ ਨਾਬੂਦ ਕੀਤਾ ਜਾਏ। ਅਤੇ ਉਸ ਦੇ ਵਿੱਚ ਉਸਨੇ ਸਭ ਤੋਂ ਪਹਿਲਾਂ ਜਿਹੜਾ ਸਰੋਵਰ ਸਾਹਿਬ ਸੀ ਉਹਨੂੰ ਮਿੱਟੀ ਅਤੇ ਹੋਰ ਚੀਜ਼ਾਂ ਦੇ ਨਾਲ ਭਰ ਕੇ ਰੱਖ ਦਿੱਤਾ ਅਤੇ ਆਪਣੀ ਜਿਹੜੀ ਮੰਜੀ ਹੈ ਅਤੇ ਜਿਹੜੀ ਹਰਿਮੰਦਰ ਸਾਹਿਬ ਦੀ ਜੀ ਮੇਨ ਇਮਾਰਤ ਹੈ ਉੱਥੇ ਆਪਣੀ ਮੰਜੀ ਲਗਾ ਕੇ ਵੈਸ਼ਵਾਂ ਦਾ ਨਾਚ ਤੱਕ ਉੱਥੇ ਕਰਵਾਇਆ ਗਿਆ। ਇੰਨਾ ਗਲਤ ਕੰਮ ਜਿਹੜਾ ਉੱਥੇ ਕੀਤਾ ਗਿਆ ਸੀ ਔਰ ਇਸ ਦੀ ਜਿਹੜੀ ਜਾਣਕਾਰੀ ਹੈ ਕਾਫੀ ਦੇਰ ਤੱਕ ਸਿੱਖ ਸੰਗਤ ਕੋਲ ਨਹੀਂ ਪਹੁੰਚ ਪਾਈ। ਤਾਂ ਕਹਿੰਦੇ ਨਾ ਕਿ ਗੁਰੂ ਸਾਹਿਬ ਮੌਕੇ ਤੋਂ ਮੌਕੇ ਕਿਸੇ ਨਾ ਕਿਸੇ ਆਪਣੇ ਗੁਰਮੁਖ ਪਿਆਰੇ ਨੂੰ ਜ਼ਰੂਰ ਭੇਜਦੇ ਹਨ ਅਤੇ ਇਤਿਹਾਸ ਲਿਖਦਾ ਕਿ ਉਸ ਵਕਤ ਦੇ ਜਿਹੜੇ ਸਿੰਘ ਭਾਈ ਬਲਕਾਰ ਸਿੰਘ ਜੀ ਜਿਹੜੇ ਕਿ ਉਸ ਵਕਤ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਸਨ, ਉਹਨਾਂ ਨੇ ਜਦ ਉੱਥੇ ਦੇਖਿਆ ਕਿ ਇੰਨਾ ਕਹਿਰ ਕਮਾਇਆ ਜਾ ਰਿਹਾ ਮੱਸੇ ਰੰਗੜ ਦੇ ਵੱਲੋਂ, ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ। ਆਪਣੇ ਘਰ ਜਾਣ ਤੋਂ ਇਲਾਵਾ ਉਹਨਾਂ ਨੇ ਸੋਚਿਆ ਕਿ ਮੈਂ ਕਿਉਂ ਨਾ ਇਹ ਆਪਣੇ ਜਿਹੜੇ ਸਿੱਖ ਜਥੇ ਨੇ ਉਸ ਵਕਤ ਦੇ ਉਹਨਾਂ ਨੂੰ ਜਾ ਕੇ ਦੱਸਾਂ ਤਾਂ ਕਿ ਇਸ ਚੀਜ਼ ਨੂੰ ਠੱਲ ਪਾਈ ਜਾ ਸਕੇ, ਇਸ ਚੀਜ਼ ਨੂੰ ਰੋਕਿਆ ਜਾ ਸਕੇ। ਅਤੇ ਹਰਿਮੰਦਰ ਸਾਹਿਬ ਜੀ ਦੀ ਉਹ ਦਸ਼ਾ ਦੇਖਣ ਤੋਂ ਬਾਅਦ ਉਹ ਕਾਫੀ ਰਾਤਾਂ ਭੁੱਖੇ ਪੈਦਲ ਚੱਲਣ ਤੋਂ ਬਾਅਦ ਬੀਕਾਨੇਰ ਦੀ ਧਰਤੀ ਤੇ ਪੁੱਜਿਆ ਜਿੱਥੇ ਕਿ ਇੱਕ ਸਿੱਖਾਂ ਦਾ ਜਥੇ ਨਾਲ ਉਹਨਾਂ ਨੂੰ ਮੁਲਾਕਾਤ ਹੁੰਦੀ ਹੈ। ਤੇ ਉਸ ਜਥੇ ਵੱਲੋਂ ਜਦੋਂ ਉਹਨਾਂ ਦੀ ਕੰਡੀਸ਼ਨ ਦੇਖੀ ਜਾਂਦੀ ਹੈ ਤਾਂ ਸਭ ਤੋਂ ਪਹਿਲੇ ਉਹਨਾਂ ਨੂੰ ਆਰਾਮ ਲਈ ਕਿਹਾ ਜਾਂਦਾ ਅਤੇ ਲੰਗਰ ਪਾਣੀ ਛਕਾਉਣ ਦੀ ਗੱਲ ਕੀਤੀ ਜਾਂਦੀ ਹੈ। ਲੇਕਿਨ ਉਹ ਗੁਰਮੁਖ ਪਿਆਰਾ ਗੁਰਸਿੱਖ ਜਿਹੜੀ ਕਿ ਉਹਨੂੰ ਕਈ ਰਾਤਾਂ ਭੁੱਖੇ ਪੈਦਲ ਚੱਲਣ ਤੋਂ ਬਾਅਦ ਵੀ ਉਹ ਡੋਲਿਆ ਨਹੀਂ, ਖਾਣ ਤੋਂ ਬਜਾਏ ਉਹਨੇ ਸਭ ਤੋਂ ਪਹਿਲਾਂ ਉਹ ਦਸ਼ਾ ਸਿੰਘ ਇਤਿਹਾਸ ਦੇ ਵਿੱਚ ਲਿਖਿਆ ਜਾਂਦਾ ਕਿ ਜਥੇ ਨੂੰ ਦੱਸੀਆਂ। ਉਹਨਾਂ ਨੂੰ ਦੱਸਣ ਤੋਂ ਬਾਅਦ ਉਹ ਸਾਰਾ ਜਿਹੜਾ ਜੱਥਾ ਸੀ ਅੱਗ ਬਬੂਲਾ ਹੋ ਗਿਆ ਹੋਏ ਅਤੇ ਉਹ ਸਿੰਘਾਂ ਦਾ ਜੱਥਾ ਜਿਹੜਾ ਅੱਗ ਬਬੂਲਾ ਹੋ ਗਿਆ ਅਤੇ ਸਾਰੀ ਜਿਹੜੀ ਕਹਾਣੀ ਹੈ ਉਹ ਸਿੰਘਾਂ ਦੇ ਸਾਹਮਣੇ ਰੱਖੀ ਕਿ ਹੁਣ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਠੱਲ ਪਾਉਣੀ ਹੈ। ਅਤੇ ਉਹਨਾਂ ਦੇ ਜੱਥੇ ਦੇ ਵਿੱਚੋਂ 2 ਸਿੰਘਾਂ ਨੇ ਸਾਹਮਣੇ ਆ ਕੇ ਜੈਕਾਰਾ ਛੱਡ ਕੇ ਗੱਲ ਆਖੀ ਕਿ ਅਸੀਂ ਉਸ ਮੱਸੇ ਰੰਗੜ ਦਾ ਸਰ ਵੱਢ ਕੇ ਆਪਾਂ ਇੱਥੇ ਲਿਆਵਾਂਗੇ। ਜੀ ਹਾਂ ਦਰਸ਼ਕੋ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਜਿਨ੍ਹਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖ ਰਿਹਾ, ਉਹ 2 ਸ਼ੂਰਵੀਰ ਯੋਧੇ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਜਿਹੜੇ ਉਹ ਸਾਹਮਣੇ ਆਏ, ਕਿਉਂਕਿ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦੇ ਹੀ ਰਹਿਣ ਵਾਲੇ ਸਨ ਅਤੇ ਕਿਧਰੇ ਨਾ ਕਿਧਰੇ ਉਨ ਗਲੀਆਂ ਦਾ ਵੀ ਉਹਨਾਂ ਨੂੰ ਜ਼ਿਆਦਾ ਜਾਣੂ ਸਨ ਅਤੇ ਉਹਨਾਂ ਨੇ ਅੰਮ੍ਰਿਤਸਰ ਵੱਲ ਕੂਚ ਕੀਤਾ। ਅਤੇ ਉਸ ਸਿੰਘਾਂ ਦੇ ਜੱਥੇ ਵੱਲੋਂ ਅਰਦਾਸ ਕੀਤੀ ਗਈ ਅਤੇ ਉਨ ਦੋਨਾਂ ਨੂੰ ਘੋੜਿਆਂ 'ਤੇ ਸਵਾਰ ਕਰਕੇ ਉਸ ਵੇਲੇ ਬੀਕਾਨੇਰ ਤੋਂ ਰਵਾਨਾ ਕੀਤਾ ਅਤੇ ਕੁਝ ਹੀ ਰਾਤਾਂ ਤੋਂ ਬਾਅਦ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਪੁੱਜੇ। ਸਭ ਤੋਂ ਪਹਿਲੇ ਉੱਥੇ ਪੁੱਜ ਕੇ ਉਹਨਾਂ ਨੇ ਆਪਣਾ ਬੇਸ ਚੇਂਜ ਕੀਤਾ, ਆਪਣਾ ਜਿਹੜਾ ਪਹਿਨਾਵਾ ਸੀ ਉਸ ਨੂੰ ਚੇਂਜ ਕਰਨ ਤੋਂ ਬਾਅਦ 2 ਤੋੜੇ ਟਿਕਰੀਆਂ ਇਕੱਠੀ ਕੀਤੀਆਂ
ਤਾਂ ਕਿ ਜਦੋਂ ਆਪਾਂ ਉੱਥੇ ਜਾਈਏ ਤੇ ਸਾਨੂੰ ਕੋਈ ਪਹਿਚਾਣ ਨਾ ਸਕੇ ਤੇ ਜਿਸ ਕੰਮ ਲਈ ਅਸੀਂ ਜਾ ਰਹੇ ਹਾਂ ਅਕਾਲ ਪੁਰਖ ਉਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜਿੱਦਾਂ ਹੀ ਉਹ ਸ਼੍ਰੀ ਦਰਬਾਰ ਸਾਹਿਬ ਜੀ ਦੀ ਕੰਸਟਰਕਸ਼ਨ ਦੇ ਵਿਖੇ ਪੁੱਜਦੇ ਹਨ, ਕਿਉਂਕਿ ਇਤਿਹਾਸਕਾਰ ਦੱਸਦੇ ਹਨ ਕਿ ਉਸ ਵੇਲੇ ਜਿਹੜਾ ਡੇਡੀ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੋਂ ਤੋਂ ਸੀ ਤੇ ਉੱਥੋਂ ਉਹ ਅੰਦਰ ਆਏ ਤੇ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਕੌਣ? ਉਹਨਾਂ ਨੇ ਕਿਹਾ ਕਿ ਕੁਝ ਹਿਸਾਬ ਕਿਤਾਬ ਸਾਡਾ ਰਹਿੰਦਾ ਹੈ, ਆਪਾਂ ਮੱਸੇ ਰੰਗੜ ਲਈ ਠੀਕਰੀਆਂ ਲੈ ਕੇ ਆਏ ਹਾਂ। ਤੇ ਜਿੱਦਾਂ ਹੀ ਉਹ ਸ਼੍ਰੀ ਦਰਬਾਰ ਸਾਹਿਬ ਇੰਟਰ ਹੁੰਦੇ ਹਨ ਅਤੇ ਮੇਨ ਇਮਾਰਤ ਦੇ ਅੰਦਰ ਜਾਂਦੇ ਹਨ ਤੇ ਜੋ ਆਪਣੀ ਖੁੱਲੀ ਅੱਖਾਂ ਨਾਲ ਵੇਖਦੇ ਹਨ ਤੇ ਉਹ ਦੋਨੋਂ ਹੀ ਸਿੰਘ ਤੇ ਉਹ ਉਸ ਵੇਲੇ ਦਾ ਮੰਜ਼ਰ ਦੇਖ ਕੇ ਦੋਨੋਂ ਹੀ ਸਿੰਘ ਸੂਰਮੇ ਆਕਰੋਸ਼ ਦੇ ਵਿੱਚ ਆ ਗਏ, ਗੁੱਸੇ ਦੇ ਵਿੱਚ ਆ ਗਏ। ਤੇ ਜਦੋਂ ਉਹਨਾਂ ਨੇ ਉਹ ਜਿਹੜੇ 2 ਤੋੜੇ ਨਾਲ ਲੈ ਕੇ ਗਏ ਹੋਏ ਸੀ ਠੀਕਰੀਆਂ ਦੇ ਉਹਦੇ ਸਾਹਮਣੇ ਖੋਲੇ ਤੇ ਮੱਸਾ ਰੰਗੜ ਦੇਖ ਕੇ ਬੜਾ ਹੀ ਖੁਸ਼ ਹੋਇਆ। ਆਪਣੀ ਮੰਜੀ ਤੋਂ ਉੱਠ ਕੇ ਜਦੋਂ ਉਹ ਠੀਕਰੀਆਂ ਦੇ ਵੱਲ ਗਿਆ ਤੇ ਭਾਈ ਮਹਿਤਾਬ ਜੀ ਦੀ ਸ਼ੌਂਕਦੀ ਹੋਈ ਤਲਵਾਰ, ਬਿਜਲੀ ਦੇ ਵਾਂਗੂ ਕੜਕਦੀ ਹੋਈ ਤਲਵਾਰ ਉਸ ਗੁੱਸੇ ਦੇ ਨਾਲ ਜਿਹੜਾ ਸਰ ਸੀ ਉਹ ਧੜ ਤੋਂ ਜੁਦਾ ਕਰ ਦਿੱਤਾ ਮੱਸੇ ਰੰਗੜ ਦਾ। ਅਤੇ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਨੇਜੇ ਤੇ ਟੰਗ ਕੇ ਜੈਕਾਰੇ ਛੱਡਦੇ ਹੋਏ ਦਰਬਾਰ ਸਾਹਿਬ ਤੋਂ ਬਾਹਰ ਵੱਲ ਕੂਚ ਕੀਤਾ ਅਤੇ ਪੂਰੇ ਹੀ ਰਸਤੇ ਦੇ ਵਿੱਚ ਜਿੱਥੇ ਕਿ ਇੰਨਾ ਟਾਈਮ ਹੋਣ ਵੀ ਲੱਗਦਾ ਲੇਕਿਨ ਆਪਣੇ ਦੋਨੋਂ ਘੋੜਿਆਂ ਦੇ ਉੱਪਰ ਬਿਨਾਂ ਥੱਕੇ ਜਿਹਦੇ ਉਹ ਬੀਕਾਨੇਰ ਦੇ ਵਿਖੇ ਉੱਥੇ ਲੈ ਕੇ ਗਏ ਅਤੇ ਸਿੱਖੀ ਸੰਗਤ ਦੇ ਸਾਹਮਣੇ ਉਹਨਾਂ ਨੇ ਉਹ ਪੇਸ਼ ਕਰ ਦਿੱਤਾ। ਬਹੁਤ ਹੀ ਵੱਡਮੁੱਲਾ ਇਤਿਹਾਸ ਜਿਹੜਾ ਕਿ ਅਸੀਂ ਸੋਚਿਆ ਕਿ ਤੁਹਾਡੇ ਤੱਕ ਲੈ ਕੇ ਆਉਣਾ ਚਾਹੀਦਾ ਹੈ ਅਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜ੍ਹਾ ਥੋੜ੍ਹਾ ਕਰਕੇ ਹਰ ਇੱਕ ਇਤਿਹਾਸ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੀਏ। ਤੇ ਸਾਡੇ ਲਈ ਵੀ ਇੱਕ ਮਾਣ ਵਾਲੀ ਗੱਲ ਹੈ, ਪੂਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਇਹ ਉਹ ਇਤਿਹਾਸ ਹੈ ਜਿਹੜਾ ਸੁਨਹਿਰੀ ਅੱਖਰਾਂ ਦੇ ਨਾਲ ਸਿੱਖੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਸੀ। ਅਗਰ ਇਸ ਇਤਿਹਾਸ ਨੂੰ ਤੁਹਾਡੇ ਸਾਹਮਣੇ ਰੱਖਦਿਆਂ ਕੋਈ ਵੀ ਭੁੱਲ ਚੁੱਕ ਹੋਈ ਹੋਏ ਤੇ ਸੰਗਤ ਜਿਹੜੀ ਹੈ ਬਖਸ਼ਣਹਾਰ ਹੈ, ਤੁਸੀਂ ਬਖਸ਼ ਲੈਣਾ ਅਤੇ ਆਪਣਾ ਪਿਆਰ ਵੀ ਕਮੈਂਟ ਦੇ ਜ਼ਰੀਏ ਜ਼ਰੂਰ ਭੇਜਣਾ ਤਾਂ ਕਿ ਆਪਾਂ ਕੋਸ਼ਿਸ਼ ਕਰੀਏ, ਕਿਉਂਕਿ ਸਾਡਾ ਇੱਕ ਬਾਣੀ ਦਾ ਪਰਿਵਾਰ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਇਤਿਹਾਸ ਤੁਹਾਡੇ ਤੱਕ ਪਹੁੰਚਾ ਸਕੀਏ। ਇੰਨਾ ਹੀ ਅੱਖਰਾਂ ਦੇ ਨਾਲ ਤੁਹਾਡੇ ਤੋਂ ਅਲਵਿਦਾ ਮੰਗਦਾ ਹਾਂ ਅਤੇ ਉਹਨਾਂ ਦੋਨੋਂ ਸ਼ੂਰਵੀਰ ਯੋਧਿਆਂ ਨੂੰ ਨਮਸਕਾਰ ਕਰਦਾ ਹਾਂ। ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग